परम सन्मानयोग जुगो जुग अटल तख्त चवर दे मालक गरीब नवाज सतगुरु धन धन साहिब श्री गुरु ग्रंथ साहिब जी महाराज जी दी पावन पवित्र हाजूरी अंदर सुभाएमान सत संगी जनों, आओ साहिब दे चरनां विच बैठण दा सुभाग गुरु की कृपा बख्शिश दा सदका प्राप्त होया है। सतगुरु ने बाणी विच वचन वरते। महाराज कहन लगे हर बंदा कोई चंगा कर्म करना चाहुंदा है, पर सतगुरु गुरु अर्जन साहब महाराज ने कहा, कहन लगे जे बंदे तू चंगा कर्म ही करना है ते ओ कर्म जी दी संसार विच ते निरंकार दे घर तैनूं शोभा मिले, तो महाराज ने कहा सत संगत के एक इहो जिहा कर्म है जी तो वध के कोई चंगा कर्म दूसरा नहीं। बाणी विच एक बचन आउंदा है, हर कीरत साध संगत है सिर करमन कै कर्मा। इहदे अर्थां खोल के वेखो। हर कीरत दा अर्थ परमात्मा दी हरि दी सिफत करनी। साध संगत है सत संगत विच बह के सिफत करनी। सिर करमन कै कर्मा, श्रोमणी कर्मां विचों सब तो उच्चा कर्म चंगा कर्म है। पर हजूर कहंदे हिस्से किहदे आए? कहो नानक तिस भयो प्रापत जिस पुरब लिखे का लहना। जिस किसे दा पूर्वला भाग जाग पे पूर्वला कर्म चंगा होवे, महाराज कहन लगे उन्होंने सत संगत विच बह के परमात्मा की कीर्ति मिलती है। आओ गुरु चरनां विच बैठे हो। लड़ीवार सवैये आपां पिछलेरले दिनां विच विचारे सन। 6 सवैये ये सवैयां दी बाणी जिहड़े 10 सवैये ने सिख रोजाना नितनेम विच पढ़दा करदा है। अमृत संचार वेले भी जदों सिख अमृत की दात लैंदा है, 5 बाणियां दा पाठ हुंदा, उहदे विचों एक इह सवैयां दी बाणी है। 6 सवैयां दी विचार हो चुकी है। अज 7वां सवैया जो धन गुरु कलगीधर महाराज ने बख्शिश कीता है, इहनूं विचारन तो पहला गुरु बख्शी फतेह बुलाओ। आखो जी वाहिगुरु जी का खालसा वाहिगुरु जी की फतेह। सतगुरु अज दे बचन विच कहंदे ने, दानव देव फनिंद निसाचर पूत भविख भवान जपैंगे। जीव जिते जल में थल में पल ही पल में सब थाप थपैंगे। महाराज ने 3 गल्लां इस सवैये विच कहियां। एक ते महाराज ने कहा कि उस परमात्मा वाहिगुरु ने इस सृष्टि दे अंदर बेअंत जी पैदा कीते ने। ਇਹ नहीं महाराज कहन लगे ਜਿਹੜੇ ਆਪਾਂ ਨੂੰ ਅੱਖਾਂ ਨਾਲ ਦਿਸਦੇ ਪਏ ਨੇ ਪਸ਼ੂ ਪੰਛੀ ਜਾਂ ਮਨੁੱਖ, ਇਸ ਤੋਂ ਇਲਾਵਾ ਵੀ ਉਸ ਵਾਹਿਗੁਰੂ ਨੇ ਬੇਅੰਤ ਜੀਵ ਇੱਥੇ ਪੈਦਾ ਕੀਤੇ ਜਿਹੜੇ ਉਸ ਮਾਲਕ ਨੂੰ ਜਪਦੇ ਪਏ ਨੇ। ਇੱਕ महाराज ने ਅੱਗੇ ਬਚਨ ਵਰਤਿਆ ਹੋਰ, ਕਹਿਣ ਲੱਗੇ ਪੁੰਨ ਤੇ ਪਾਪ ਕਰਮ। ਇਹਦਾ महाराज ने ਖੁਲਾਸਾ ਕੀਤਾ। ਹਜੂਰ ਕਹਿੰਦੇ ਜਿਵੇਂ ਜਿਵੇਂ ਕਿਸੇ ਦੇ ਪੁੰਨ ਕਰਮ ਵਧਣਗੇ ਉਸੇ ਤਰ੍ਹਾਂ ਉਹਦੇ ਪਾਪ ਕਰਮ ਕੱਟੇ ਜਾਣਗੇ। ਤੇ ਯਕੀਨ ਜਾਣੋ ਜਿਹਦਾ ਪਾਪ ਕਰਮ ਵੱਧਦਾ ਉਹਦੇ ਚੰਗੇ ਧਰਮ ਕਰਮ ਨਸ਼ਟ ਹੁੰਦੇ ਜਾਂਦੇ। ਮਹਾਰਾਜ ਨੇ ਫਿਰ ਅਖੀਰ ਤੇ ਜਾ ਕੇ ਇੱਕ ਗੱਲ ਹੋਰ ਕਹੀ, ਕਹਿ ਲੱਗੇ ਰੱਬ ਦੀ ਇਬਾਦਤ ਕਰਨ ਵਾਲੇ ਸਾਧੂ ਪੁਰਸ਼ ਭਲੇ ਪੁਰਸ਼ ਉਹਨਾਂ ਦੀ ਉਸ ਮਾਲਕ ਦੀ ਕਿਰਪਾ ਦੇ ਨਾਲ ਪ੍ਰਸੰਨਤਾ ਜੈ ਜੈਕਾਰ ਹੁੰਦੀ ਹੈ। पर सतगुरु कहन लगे निंदक लोग जेड़े धर्मियां दे दुश्मन ने
ਸਾਹਿਬ ਕਹਿਣ ਲੱਗੇ ਉਹਨਾਂ ਲੋਕਾਂ ਦੀ ਇੱਥੇ ਵੀ ਰੱਬ ਦੇ ਘਰ ਵੀ ਜੈ ਜੈਕਾਰ ਨਹੀਂ, ਉਹਨੂੰ ਫਿੱਟ ਲਾਹਨਤ ਮਿਲਦੀ। ਮਹਾਰਾਜ ਨੇ ਇਹਨਾਂ ਗੱਲਾਂ ਦਾ ਅੱਜ ਦੇ ਸਵਈਏ ਵਿੱਚ ਜ਼ਿਕਰ ਕੀਤਾ। ਆਰੰਭ ਦੇ ਬਚਨ ਨੇ ਦਾਨਵ ਦੇਵ ਫਨਿੰਦ ਨਿਸਾਚਰ ਭੂਤ ਭਵਿੱਖ ਭਵਾਨ ਜਪੈਂਗੇ। ਅਗਲੀ ਤੁਕ ਦੇ ਪਹਿਲਾਂ ਅਰਥ ਕਰੋ ਜਿਹੜੀ ਅੱਗੇ ਮਹਾਰਾਜ ਨੇ ਕਹੀ। ਕਹਿੰਦੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ। ਇਹਦੇ ਅਰਥ ਨੇ ਜੀਵ ਜਿਤੇ। ਜੀਵ ਦਾ ਅਰਥ ਇੱਥੇ ਜਿੰਨੇ ਜੀਵ ਨੇ, ਜਿੰਨੇ ਵੀ ਨੇ। ਮਹਾਰਾਜ ਕਹਿਣ ਲੱਗੇ ਜਿਤੇ ਦਾ ਅਰਥ ਜਿੰਨੇ। ਜਿਤੇ ਦਾ ਅਰਥ ਇੱਥੇ ਜਿਤਨਾ ਨਹੀਂ, ਜਿਤੇ ਦਾ ਅਰਥ ਜਿੰਨੇ। ਜਿੰਨੇ ਵੀ ਜੀਵ ਨੇ, ਭਾਵੇਂ ਉਹ ਪਸ਼ੂ ਨੇ, ਪੰਛੀ ਨੇ, ਮਨੁੱਖ ਹੈ, ਦਿਸਦੇ ਨੇ ਜਾਂ ਅਣਦਿਸ ਨੇ। ਜੀਵ ਜਿਤੇ ਜਲ ਮੈਂ, ਭਾਵੇਂ ਉਹ ਪਾਣੀ ਵਿੱਚ ਰਹਿੰਦੇ ਨੇ, ਜਲ ਮੈਂ। ਉਂਝ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇੱਕ ਬਚਨ ਆਉਂਦਾ ਹੈ 42 ਲੱਖ ਜੀ ਜਲ ਮੈਂ ਹੋਤਾ। ਮਹਾਰਾਜ ਕਹਿਣ ਲੱਗੇ 42 ਲੱਖ ਜੀਵ ਨੇ ਜਿਹੜੇ ਉਹ ਪਾਣੀ ਵਿੱਚ ਰਹਿੰਦੇ। ਇੱਥੇ ਕਲਗੀਧਰ ਜੀ ਨੇ ਕਿਹਾ ਜੀਵ ਜਿਤੇ ਜਲ ਮੈਂ, ਜਿੰਨੇ ਵੀ ਜੀਵ ਪਾਣੀ ਵਿੱਚ ਨੇ। ਫਿਰ ਕਹਿਣ ਲੱਗੇ ਥਲ ਮੈਂ। ਥਲ ਦਾ ਅਰਥ ਧਰਤੀ ਕਹਿ ਲੋ, ਧਰਤੀ ਤੇ ਜਿੰਨੇ ਜੀਵ ਨੇ। ਅੱਗੇ ਇੱਕ ਤੁਕ ਵਰਤੀ ਮਹਾਰਾਜ ਨੇ, ਕਹਿਣ ਲੱਗੇ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ। ਪਲ ਹੀ ਪਲ ਮੈਂ। ਮਹਾਰਾਜ ਕਹਿਣ ਲੱਗੇ ਪਲ ਜਿੰਨੇ ਸਮੇਂ ਅੰਦਰ, ਬਹੁਤ ਥੋੜੇ ਚਿਰੇ ਸਮੇਂ ਦੇ ਅੰਦਰ ਉਸ ਮਾਲਕ ਨੇ ਇਹਨਾਂ ਜੀਵਾਂ ਨੂੰ ਬਣਾ ਦਿੱਤਾ। ਪਲ ਹੀ ਪਲ ਮੈਂ ਸਭ ਥਾਪ ਥਪੈਂਗੇ। ਮਹਾਰਾਜ ਕਹਿਣ ਲੱਗੇ ਜਿੰਨੇ ਜੀਵ ਪਾਣੀ ਵਿੱਚ ਨੇ, ਜਿੰਨੇ ਜੀਵ ਥਲ ਤੇ ਨੇ, ਸਤਿਗੁਰੂ ਕਹਿਣ ਲੱਗੇ ਪਰਮਾਤਮਾ ਨੇ ਬਣਾਉਣ ਲੱਗਿਆ ਉਹਨੂੰ ਖਿਲ ਲਾਇਆ। ਪਲ ਸ਼ਬਦ ਜਿਵੇਂ ਅੱਜ ਜਿਹੜੀ ਸਮੇਂ ਦੀ ਗਿਣਤੀ ਹੈ ਉਹਨੂੰ ਆਪਾਂ ਸਕਿੰਟ ਮਿੰਟ ਤੇ ਘੰਟਿਆਂ ਵਿੱਚ ਲੈਂਦੇ, ਪਰ ਪ੍ਰਾਤਨ ਸਮੇਂ ਦੀ ਵੰਡ ਵਿਸਵੇ ਚਸਿਆਂ ਘੜੀਆਂ ਪਹਿਰਾਂ ਥਿੱਤੀ ਪੱਲਾਂ ਇਹਨਾਂ ਵਿੱਚ ਲਈ ਜਾਂਦੀ ਸੀ। ਬਾਣੀ ਵਿੱਚ ਇੱਕ ਬਚਨ ਆਪਾਂ ਪੜ੍ਹਦੇ ਹਾਂ 16 ਸਾਹਿਬ ਵਿੱਚ ਵਿਸਵੇ ਚਸਿਆ ਘੜੀਆਂ ਪਹਿਰਾਂ ਥਿੱਤੀ ਵਾਰੀ ਮਾਹੋ ਹੋਆ ਸੂਰਜ ਕੋ ਰੋਤਨਿਕ। ਹੁਣ ਇਹ ਕਹਿੰਦੇ ਨੇ 15 ਵਾਰੀ ਅੱਖ ਫਰਕ ਨਾ ਇੱਕ ਵਿਸ਼ਾ ਹੈ। 15 ਵਾਰੀ ਅੱਖ ਫਰਕ ਕੇ ਇੱਕ ਵਿਸ਼ਾ, 15 ਵਿਸ਼ਿਆਂ ਦਾ ਇੱਕ ਚਸ਼ਾ, 30 ਚਸ਼ਾਂ ਦਾ ਇੱਕ ਪਲ ਬਣਦਾ ਹੈ। ਪਲ ਦੇ ਅਰਥ ਜਿਹੜਾ ਇੱਥੇ ਬਚਨ ਵਰਤਿਆ ਪਲ ਹੀ ਪਲ ਮੈਂ। ਮਹਾਰਾਜ ਕਹਿੰਦੇ ਬਹੁਤ ਥੋੜੇ ਚਿਰ, ਥੋੜੇ ਸਮੇਂ ਅੰਦਰ ਮਹਾਰਾਜ ਪਰਮਾਤਮਾ ਨੇ, ਗੁਰੂ ਸਾਹਿਬ ਕਹਿੰਦੇ ਸਭ ਥਾਪ ਥਪਾਏਂਗੇ। ਸਭ ਕੁਝ ਪਰਮਾਤਮਾ ਨੇ ਰਚ ਕੇ ਰੱਖ ਦਿੱਤਾ। ਹੁਣ ਕਿਹੜੇ ਕਿਹੜੇ ਜੀਵ ਰਚੇ? ਆਰੰਭਤਾ ਵਾਲੀ ਤੁਕ ਹੁਣ ਪੜੋ। ਆਰੰਭਤਾ ਵਿੱਚ ਮਹਾਰਾਜ ਨੇ ਕਿਹਾ ਦਾਨਵ। ਦਾਨਵ ਦਾ ਅਰਥ ਹੁੰਦਾ ਜੀ ਦੈਂਤ। ਦਾਨਵ ਦੇਵ। ਦੇਵ ਦਾ ਅਰਥ ਹੈ ਦੇਵਤੇ ਪੁਰਸ਼, ਭਲੇ ਪੁਰਸ਼। ਦਾਨਵ ਦਾ ਅਰਥ ਰਾਖਸ਼ ਬਿਰਤੀ ਦੇ ਦੈਂਤ ਲੋਕ। ਦਾਨਵ ਦੇਵ ਫਨਿੰਦ। ਜਿਹੜਾ ਫਨਿੰਦ ਸ਼ਬਦ ਆਇਆ ਇਹ ਬਣਿਆ ਫਨ ਇੰਦਰ। ਇਥੋਂ ਸ਼ਬਦ ਬਣਿਆ ਫਨਿੰਦ। ਫਨ ਇੰਦਰ ਸੱਪਾਂ ਦਾ ਰਾਜਾ ਕਹਿ ਲਓ। ਫਨਿੰਦ ਦਾ ਅਰਥ ਸ਼ੇਸ਼ ਨਾਗ, ਜਿਹਦੇ ਕਈ ਮੂੰਹ ਨੇ, ਹਰ ਮੁਖ ਦੇ ਨਾਲ ਵੱਖਰੇ ਵੱਖਰੇ ਪ੍ਰਮਾਤਮਾ ਦੇ ਨਾਮ ਲੈਂਦਾ। ਮਹਾਰਾਜ ਕਹਿੰਦੇ ਦਾਨਵ ਦੇਵ ਫਨਿੰਦ। ਦੈਂਤ ਦੇਵਤੇ ਤੇ ਫਨਿੰਦ ਸ਼ੇਸ਼ ਨਾਗ। ਨਿਸਾਚਰ। ਨਿਸਾਚਰ ਸ਼ਬਦ ਬਣਿਆ ਨਿਸ ਆਚਰ। ਇਥੋਂ ਸ਼ਬਦ ਬਣਿਆ ਨਿਸ ਦਾ ਅਰਥ ਹੁੰਦਾ ਰਾਤ, ਤੇ ਚਰ ਦਾ ਅਰਥ ਰਾਤ ਨੂੰ ਵਿਚਰਨ ਵਾਲੇ ਜੀਵ। ਨਿਸਾਚਰ ਦੇ ਅਰਥ ਨੇ ਰਾਤ ਨੂੰ ਜਿਹਨੂੰ ਬਦ ਰੂਹਾਂ ਸ਼ਬਦ ਵਰਤਿਆ ਜਾਂਦਾ ਹੈ। ਚਲੋ ਭੂਤ ਪ੍ਰੇਤ ਸ਼ਬਦ ਵਰਤੇ। ਮਹਾਰਾਜ ਕਹਿਣ ਲੱਗੇ ਨਿਸਾਚਰ ਜਿਹੜੇ ਜੀਵ ਰਾਤ ਨੂੰ ਘੁੰਮਦੇ ਫਿਰਦੇ, ਉਹ ਆਪਣੀ ਨਿਗਾਹ ਵਿੱਚ ਨਹੀਂ, ਮਨੁੱਖ ਦੀ ਨਜ਼ਰ ਤੋਂ ਦੇਖਣ ਤੋਂ ਪਰੇ ਹੈ। ਪਰ ਗੁਰੂ ਕਲਗੀਧਰ ਮਹਾਰਾਜ ਕਹਿ ਰਹੇ ਨੇ ਦਾਨਵ ਦੇਵ ਫਨਿੰਦ ਨਿਸਾਚਰ। ਹਜੂਰ ਕਹਿੰਦੇ ਦੈਂਤ ਦੇਵਤੇ ਸ਼ੇਸ਼ ਨਾਗ ਸੱਪ ਆਦਿਕ। ਅੱਗੇ ਕਹਿਣ ਲੱਗੇ ਨਿਸਾਚਰ ਰਾਤ ਨੂੰ ਘੁੰਮਣ ਫਿਰਨ ਵਾਲੇ ਬਦਰੂਹਾਂ, ਰਾਤ ਵਾਲੇ ਜੀਵ।
ਅੱਗੇ ਕਹਿਣ ਲੱਗੇ ਭੂਤ ਭਵਿੱਖ। ਭੂਤ ਦਾ ਅਰਥ ਜਿਹੜਾ ਸਮਾਂ ਲੰਘ ਚੁੱਕਿਆ, ਭਵਿੱਖ ਦਾ ਅਰਥ ਆਉਣ ਵਾਲਾ, ਭਵਾਨ ਦਾ ਅਰਥ ਜਿਹੜਾ ਚੱਲਦਾ ਪਿਆ। ਭੂਤ ਭਵਿੱਖ ਭਵਾਨ ਜਪेंगे। ਮਹਾਰਾਜ ਨੇ ਕਹਿਣ ਲੱਗੇ ਦੈਂਤ ਦੇਵਤੇ ਸ਼ੇਸ਼ ਨਾਗ ਜਾਂ ਰਾਤ ਨੂੰ ਤੁਰਨ ਫਿਰਨ ਵਾਲੇ ਜੀਵ ਜਿੰਨੇ ਵੀ ਨੇ, ਭਾਵੇਂ ਸਮਾਂ ਲੰਘ ਗਿਆ, ਭਾਵੇਂ ਆਉਣ ਵਾਲਾ, ਭਾਵੇਂ ਜਿਹੜਾ ਸਮਾਂ ਚੱਲ ਰਿਹਾ ਹੈ, ਹਜ਼ੂਰ ਕਹਿਣ ਲੱਗੇ ਸਾਰੇ ਉਸ ਮਾਲਕ ਪਰਮਾਤਮਾ ਨੂੰ ਜਪਦੇ ਪਏ, ਜਪेंगे। ਫਿਰ ਅੱਗੇ ਮਹਾਰਾਜ ਨੇ ਕਿਹਾ, ਕਹਿਣ ਲੱਗੇ ਇਹ ਜਿਹੜੇ ਜੀਵ ਨੇ, ਜਿਹੜੀ ਉਤਪਤੀ ਹੈ ਸਾਰੀ, ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪਤ ਪੈਂਗੇ। ਜਿੰਨੇ ਵੀ ਜੀਵ ਨੇ ਇਹੋ ਜਿਹੇ, ਭਾਵੇਂ ਪਾਣੀ ਵਿੱਚ ਨੇ, ਥਲ ਵਿੱਚ ਨੇ, ਗੁਰੂ ਕਲਗੀਧਰ ਜੀ ਕਹਿਣ ਲੱਗੇ ਪ੍ਰਮਾਤਮਾ ਨੇ ਇੱਕ ਪਲ ਵਿੱਚ ਹੀ ਇਹਨਾਂ ਨੂੰ ਬਣਾ ਦਿੱਤਾ, ਉਹਨੇ ਸਮਾਂ ਨਹੀਂ ਲਾਇਆ। ਉਂਝ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜੋ ਆਪਾਂ, ਹਜ਼ੂਰ ਕਹਿਣ ਲੱਗੇ ਅੱਖ ਫਰਕਣ ਜਿੰਨਾ ਸਮਾਂ, ਅੱਖ ਦਾ ਝਮਕਣਾ ਕਹਿ ਲਓ, ਇਹਨੇ ਅੱਖ ਦੇ ਫੋਰ ਅੰਦਰ ਪਰਮਾਤਮਾ ਸਭ ਕੁਝ ਤੈਸ਼ ਨੈਸ਼ ਕਰ ਸਕਦਾ ਹੈ। ਉਹ ਇੰਨੀ ਸਮਰੱਥਾ ਦਾ ਮਾਲਕ ਹੈ, ਅੱਖ ਦੇ ਫੋਰ ਦੇ ਨਾਲ ਹੀ ਉਹ ਪਰਮਾਤਮਾ ਸਭ ਕੁਝ ਬਣਾ ਸਕਦਾ ਹੈ। ਅੱਗੇ ਪਰ ਮਹਾਰਾਜ ਨੇ ਇੱਕ ਗੱਲ ਕੀ, ਗੁਰੂ ਅਰਜਨ ਦੇਵ ਜੀ ਨੇ ਕਹਿਣ ਲੱਗੇ ਜਿਹੜਾ ਗੁੱਝਾ ਭੇਦ ਹੈ ਪਰਮਾਤਮਾ ਦਾ, ਅੱਖ ਦੇ ਫੋਰ ਵਿੱਚ ਮਿਟਾਉਣਾ ਬਣਾਉਣਾ, ਇਹ ਕਹਿਣ ਲੱਗੇ ਉਸ ਮਾਲਕ ਨੂੰ ਹੀ ਪਤਾ ਹੈ, ਹੋਰ ਕਿਸੇ ਨੂੰ ਨਹੀਂ ਪਤਾ। ਬਾਣੀ ਵਿੱਚ ਇੱਕ ਤੁਕ ਆਉਂਦੀ ਹੈ ਸੁਖਮਨੀ ਸਾਹਿਬ ਅੰਦਰ, ਹਰਨ ਭਰਨ ਜਾ ਕਾ ਨੇਤਰ ਫੋਰ, ਤਿਸਕਾ ਮੰਤਰ ਨਾ ਜਾਣੈ ਹੋਰ। ਇਹਦੇ ਅਰਥ ਇਹ ਨੇ, ਹਰਨ ਭਰਨ ਜਾ ਕਾ ਨੇਤਰ ਫੋਰ। ਨੇਤਰ ਫੋਰ ਦਾ ਅਰਥ ਅੱਖ ਦਾ ਝਮਕਣ, ਅੱਖ ਦੇ ਫਰਕਣ ਜਿੰਨੇ ਸਮੇਂ ਅੰਦਰ, ਤਿਸਕਾ ਮੰਤਰ ਨਾ ਜਾਣੈ ਹੋਰ। ਉਹ ਪਰਮਾਤਮਾ ਅੱਖ ਫਰਕਣ ਦੇ ਅੰਦਰ ਸਭ ਕੁਝ ਬਣਾ ਸਕਦਾ ਹੈ, ਅੱਖ ਫਰਕਣ ਦੇ ਸਮੇਂ ਅੰਦਰ ਸਭ ਕੁਝ ਤੈਸ਼ ਨੈਸ਼ ਕਰ ਸਕਦਾ। ਜਿਹਨੂੰ ਮਹਾਰਾਜ ਨੇ ਜਪਜੀ ਸਾਹਿਬ ਵਿੱਚ ਵੀ ਕਿਹਾ, ਉੱਥੇ ਬਚਨ ਵਰਤਿਆ, ਕੀਤਾ ਪਸਾਓ ਏਕੋ ਕਵਾਓ, ਤਿਸ ਤੇ ਹੋਏ ਲੱਖ ਦਰਿਆਓ। ਇਹਦੇ ਅਰਥ ਕੀ ਨੇ? ਕਿਉਂਕਿ ਮੈਂ ਫਿਰ ਬੇਨਤੀ, ਜਿਸ ਬਾਣੀ ਨੂੰ ਅਸੀਂ ਰੋਜ਼ਾਨਾ ਪੜ੍ਹਦੇ ਹਾਂ ਉਸ ਬਾਣੀ ਦੇ ਅਰਥ ਸਿੱਖਾਂ ਨੂੰ ਪਤਾ ਹੋਣੇ ਚਾਹੀਦੇ। ਉੱਥੇ ਬਚਨ ਵਰਤੇ ਕੀਤਾ ਪਸਾਓ, ਰੱਬ ਨੇ ਪਸਾਓ ਦਾ ਅਰਥ ਪਸਾਰਾ, ਆ ਜਿੰਨਾ ਦਿਸਦਾ ਪਿਆ ਸਭ ਪਸਾਰਾ ਬਣਾਇਆ। ਕਿੰਨਾ ਟਾਈਮ ਲਾਇਆ? ਕਹਿਣ ਲੱਗੇ ਏਕੋ ਕਵਾਓ। ਕਵਾਓ ਦਾ ਅਰਥ ਹੁਕਮ, ਬੋਲ, ਬਸ ਇੱਕ ਬੋਲ ਬੋਲਿਆ ਕਹਿ ਲੋ, ਇੱਕ ਹੁਕਮ ਕੀਤਾ, ਇੱਕ ਹੁਕਮ ਦੇ ਨਾਲ ਹੀ ਆ ਸਾਰਾ ਪਸਾਰਾ ਬਣ ਗਿਆ। ਕੀਤਾ ਪਸਾਓ ਏਕੋ ਕਵਾਓ। ਫਿਰ ਅੱਗੇ ਕਿਹਾ ਤਿਸ ਤੇ ਹੋਏ ਲੱਖ ਦਰਿਆਓ। ਉਸ ਮਾਲਕ ਦੀ ਇੱਕ ਹੁਕਮ ਦੇ ਨਾਲ ਲੱਖਾਂ ਇੱਥੇ ਜ਼ਿੰਦਗੀਆਂ ਦੇ ਦਰਿਆ ਚੱਲ ਪਏ। ਇਹਨੂੰ ਮਹਾਰਾਜ ਨੇ ਇੱਥੇ ਕਿਹਾ ਪਲ ਹੀ ਪਲ ਮੈਂ ਸਭ ਥਪेंगे। ਉਸ ਮਾਲਕ ਦੀ ਕਿਰਪਾ ਨਾਲ ਇੱਕ ਪਲ ਵਿੱਚ ਉਹ ਦੈਂਤ, ਰਾਖਸ਼, ਦੇਵ, ਨਿਸ਼ਾਚਰ, ਸ਼ੇਸ਼ ਨਾਗ, ਸੱਪ ਆਦਿਕ ਦੀਆਂ ਜੂਨਾਂ ਇੱਕ ਖਿੰਨ ਲਾਇਆ ਉਸ ਮਾਲਕ ਨੇ ਬਣਾਉਂਦੇ। ਉਂਝ ਆਪ ਜੀ ਨੂੰ ਫਿਰ ਬੇਨਤੀ ਕਰਾਂ, ਬਣਾਉਣ ਨੂੰ ਮਨੁੱਖ ਵੀ ਕਈ ਗੱਲਾਂ ਦਾ ਕਰਤਾ ਹੈ, ਪਰ ਪਰਮਾਤਮਾ ਤੇ ਮਨੁੱਖ ਇਹਦੇ ਵਿੱਚ ਬੜਾ ਅੰਤਰ ਹੈ। ਮਨੁੱਖ ਇਥੋਂ ਤੱਕ ਕਿਸੇ ਵਸਤੂ ਦਾ ਕਾਰੀਗਰ ਬਣ ਗਿਆ। ਜਿਹੜੀ ਮਹਾਰਾਜ ਨੇ ਗੱਲ ਕੀ, ਉਹ ਖਿੰਨ ਲਾਉਂਦਾ। ਚਲੋ ਜੀ ਮੰਨ ਲਓ ਰੱਬ ਨੇ ਹੁਨਰ ਦਿੱਤਾ, ਉਹ ਕਾਰੀਗਰ ਅਜਿਹਾ ਵੀ ਲੱਕੜ ਤੋਂ ਹਰ ਵਸਤੂ ਤਿਆਰ ਕਰ ਦਿੰਦਾ, ਲੱਕੜ ਦੀ ਮੇਜ਼, ਕੁਰਸੀ, ਪਲੰਗ, ਬੈੱਡ ਆਦਿਕ ਵਗੈਰਾ। ਪਰ ਇੱਕ ਗੱਲ ਚੇਤਾ ਰੱਖੋ, ਕਾਰੀਗਰ ਜੇ ਉਹਦੇ ਕੋਲ ਬਾਹਰੀ ਸਮਾਨ ਹੋਏਗਾ ਸਾਰਾ, ਉਹਦੇ ਕੋਲ ਲੱਕੜ ਦਾ ਪ੍ਰਬੰਧ ਹੋਵੇ, ਫਿਰ ਉਹਨਾਂ ਨੂੰ ਤਰਾਸ਼ਣ ਵਾਲੇ, ਉਹਦੇ ਕੋਲ ਜਿਹੜੇ ਸੰਦ ਨੇ ਤਰਾਸ਼ਣ ਵਾਲੇ, ਉਹ ਸ਼ਾਸਤਰ ਚਾਹੀਦੇ ਨੇ, ਜਿਨ੍ਹਾਂ ਨਾਲ ਲੱਕੜ ਨੂੰ ਘੜ ਕੇ ਤਰਾਸ਼ ਕੇ ਉਹ ਪਰਤ ਕੇ ਹਥੌੜਾ ਆਦਿਕ ਦੇ ਨਾਲ ਉਹਨਾਂ ਨੂੰ ਬਣਾਏਗਾ। ਪਰ ਮਹਾਰਾਜ ਨੇ ਕਿਹਾ ਪਰਮਾਤਮਾ ਜਿਹੜਾ ਉਹਨੂੰ ਬਾਹਰੀ ਮਟੀਰੀਅਲ ਲਿਆਉਣ ਦੀ ਕਿਤੋਂ ਲੋੜ ਨਹੀਂ ਪੈਂਦੀ। ਮਨੁੱਖ ਕਾਰੀਗਰ ਹੈ, ਉਹਨੂੰ ਕੁਝ ਬਣਾਉਣਾ, ਉਹਨੂੰ ਬਾਹਰੋਂ ਮਟੀਰੀਅਲ ਇਕੱਠਾ ਕਰਨਾ ਪੈਂਦਾ। ਜੇ ਸੁਨਿਆਰ ਵੀਰ ਸੋਨੇ ਦਾ ਗਹਿਣਾ ਬਣਾਉਂਦਾ, ਉਹਨੂੰ ਬਾਹਰੋਂ ਸੋਨਾ ਚਾਹੀਦਾ, ਕੁਠਾਲੀ ਚਾਹੀਦੀ ਹੈ, ਹਥੌੜੀ ਚਾਹੀਦੀ ਹੈ, ਉਹ ਸਾਰਾ ਪ੍ਰਬੰਧ
सोना होएगा कोल फिर परत के उन्होंने किते गहना बनाएगा। जे एक चित्रकार तस्वीर बनाउंदा है उन्होंने रंग आदिक वो कागज चाहिए फिर परत के ओदा हुनर वो अपना तस्वीर ते उकरेगा। पर गुरु ग्रंथ साहब ने एक गल की कह लगे परमात्मा इहो जिहा करता है उन्होंने बाहरों कुछ भी लियाउण दी खरीदण दी इकट्ठा करन दी लोड़ नहीं। वो ते महाराज कह लगे कि खिन लाउंदे अपने कोलों ही बना लैंदे। गुरु ग्रंथ साहब की बाणी पढ़ी महाराज ने बाणी विच उंज जिहड़ी गल की भी चार खाणियां ध्यान नाल सुनो। वो चारां दे नाम आपां पढ़दे हां अंडज जेरज सेतज कीनी उत पुज खान बहुर रच दीनी। कलगीधर जी दा बचन चार खाणियां ने अंडज ध्यान नाल सुनो जेरज सेतज उत पुज इथों जीवां दी पैदाइश है। उंज बाणी ने भी किया मारे कह लगे चार नहीं गिनती करके चारां दा भी क्या उवें महाराज ने क्या रब जीवां दी उत्पत्ति पता नहीं किथों किथों करदा। जदों क्या केतिया खानी केतिया बाणी पर उवें चार क्या हुण अंडज जेरज सेतज उत्पज कुछ जीव ने जिवें खास करके पंछियां दे सप्पां आदਿਕ दे जिहड़े अंडियां तो जन्म लैंदे इहनूं कहा जांदा जी ਇਹ अंडज आंडियां दे विचों जन्म लैण वाले ये एक खानी है। फिर जेरज जेरज विचों पशुआं दा इथों तक मनुख दी जिहड़ी मनुख भी पशु बिरती विच उथे जिवें पशुआं दे बच्चे जन्म लैंदे ने जेरज इथों मनुख दा है। हुण महाराज ने कि कुछ जीव ने जिहड़े वो जेरज खानी तो जन्म लैंदे। अगे क्या सेतज सेते दा अर्थ है पसीना। कुछ जीव ने मच्छर आदਿਕ खटमल जुआ आदਿਕ ये मारे ने क्या सेतज पसीने तो जन्म लेंदी। उत्पुज जिहड़ा शब्द है उत्पुज दे अर्थ ने जिहड़े रुख ते पत्थर ने धरती तो जन्म लैण वाले रुख पत्थर आदਿਕ वगैरह। महाराज ने क्या चार खानी है पर किते ख्याल ना करो जिहड़ा बचन इत्थे कलगीधर ने क्या पल ही पल में सब थावत पैंगे। हुण मान लिया कि अंडज भी मां दे गर्भ विचों जेरज भी मां दे गर्भ विचों जन्म लिया पर सित जिहड़ा पसीने उत्थे ते गर्भ भी कोई नहीं। रब ने फिर भी उन्होंने जन्म दे दिता खटमल जुआ आदਿਕ नूं। सतगुरु ने बाणी विच क्या कहन लगे वो परमात्मा करता है बनाउण वाला उन्हें बनाया वो एक अख दे फोर विच बनाउण लग्या देर नहीं लाउंदा एक पल लाउंदा है। इहनूं कलगीधर जी ने इत्थे अज बचन वरतिया। फिर इहदे अर्थां नूं सुनियो दानव देव फनिंद निसाचर पूत भविख भवान जपेंगे। दानव दा अर्थ दैंत देव दा अर्थ देवते फनिंद दा अर्थ फन इंदर बहुते फणा वाला शेषनाग। निसाचर दा अर्थ रात नूं तुरन फिरन वाले जीव बदरूहा। पूत भविख भवान जपेंगे पहला भी होए हुण भी ने अगे भी होणगे। पर अगे महाराज ने कहा कह लगे जीव जिते ये जिन्ने भी जीव ने जल में थल में भावें पानी विच ने भावें धरती ते ने जल में थल में पल ही पल में सब। उस परमात्मा ने एक पल लाया बहुत थोड़ा समा लाया उन्हें इन्हां जीवां नूं थाप दिता बना दिता। अगे महाराज ने बचन वरतिया उंज आपां पढ़दे जपजी साहिब विच बेअंत बचन जपेंगे जिहड़ा शब्द आया भी ये तेनूं जपदे ने। आपां रहरास साहिब दे शब्द विच भी पढ़दे भी गावे तोनों इंद्र इंद्रासन बैठे देवतियां दर नाले गावन तुदनो सिद्ध समाधि अंदर गावन तुदनो साध विचारे गावन तुदनो जति सती संतोखी गावन तुदनो वीर करारे गावन तुदनो पंडित पढ़न रखीसर जुग जुग वेदां नाल। उत्थे सारियां दी गिनती की किते अर्थां नूं बाच के वेखियो। महाराज ने क्या तेनू गाउण वाले बहुत ने। गुरु रामदास महाराज ने ते बाणी विच एक बचन वरतिया। महाराज कहन लगे थे
ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ। ਜਿੰਨੇ ਵੀ ਇੱਥੇ ਮੱਛੀਆਂ ਮ੍ਰਿਗ ਪੰਛੀ ਜੋ ਕੁਝ ਵੀ ਬੋਲਦੇ ਪਏ ਨੇ, ਗੁਰੂ ਰਾਮਦਾਸ ਜੀ ਕਹਿੰਦੇ ਸਾਰੇ ਪ੍ਰਮਾਤਮਾ ਤੇਰੇ ਨਾਮ ਨੂੰ ਬੋਲਦੇ ਪਏ। ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ ਸੋ ਜਾਪਤ ਹੈ ਹਰ ਬਿਨ ਹੋਰ। ਜਿਹੜੇ ਹਰੀ ਪਰਮਾਤਮਾ ਤੋਂ ਬਿਨਾਂ ਕਿਸੇ ਨੂੰ ਨਹੀਂ ਜਪਦੇ, ਸਭ ਮਾਲਕ ਤੈਨੂੰ ਜਪਦੇ ਪਏ। ਗੁਰੂ ਗ੍ਰੰਥ ਸਾਹਿਬ ਨੇ ਵੀ ਕਿਹਾ ਵੀ ਗਾਉਣ ਵਾਲਿਆਂ ਵਿੱਚੋਂ ਧਰਤ ਪਤਾਲ ਆਕਾਸ਼ ਹੈ ਮੇਰੀ ਜਿੰਦੜੀ। ਇਹ ਧਰਤੀ, ਇਹ ਪਤਾਲ, ਇਹ ਆਕਾਸ਼, ਇਹ ਵੀ ਪਰਮਾਤਮਾ ਤੈਨੂੰ ਜਪਦੇ ਪਏ। ਇੱਥੇ ਕਿਹਾ ਪਲ ਹੀ ਪਲ ਮੈਂ ਸਭ ਥਾਪਤ ਪੈਂਗੇ। ਅਗਲੇ ਫਿਰ ਬਚਨ ਵਰਤੇ ਇਸ ਸਵਈਏ ਦੇ ਮਹਾਰਾਜ ਕਹਿੰਦੇ ਪੁੰਨ ਪ੍ਰਤਾਪਨ ਬਾੜ ਜੈਤ ਧੁਨ। ਇੱਕ ਇੱਕ ਅਰਥ ਨੂੰ ਬਾਚੂ। ਪੁੰਨ ਜਿਹੜੇ ਪੁੰਨ ਕਰਮ ਨੇ, ਚੰਗੇ ਕਰਮ ਨੇ। ਪ੍ਰਤਾਪਨ, ਪ੍ਰਤਾਪਨ ਦਾ ਅਰਥ ਹੈ ਜਦੋਂ ਕੋਈ ਪੁੰਨ ਕਰਮ ਕਰਦਾ, ਚੰਗੇ ਕਰਮ ਕਰਦਾ, ਉਹਨਾਂ ਦਾ ਪ੍ਰਤਾਪ ਵੱਧਦਾ। ਬਾੜ ਦਾ ਅਰਥ ਵਧਣਾ। ਜੈਤ ਧੁਨ, ਜੈਤ ਧੁਨ ਜਿੰਨਾ ਮਹਾਰਾਜ ਕਹਿਣ ਲੱਗੇ ਕੋਈ ਚੰਗਾ ਕਰਮ ਕਰਦਾ, ਚੰਗੇ ਕਰਮ ਕਰਦਾ, ਉਹਦੇ ਪੁੰਨ ਕਰਮ ਵੱਧ ਜਾਂਦੇ ਨੇ। ਪੁੰਨ ਕਰਮਾਂ ਦਾ ਪ੍ਰਤਾਪ ਵੱਧਦਾ। ਫਿਰ ਉਹਦਾ ਲਾਹਾ ਕੀ ਮਿਲਦਾ? ਲਾਹਾ ਉਹਦਾ ਹੀ ਮਿਲਦਾ ਸਾਹਿਬ ਕਹਿੰਦੇ ਪਾਪਨ ਕੇ ਬਹੁ ਪੁੰਜ ਖਪੈਂਗੇ। ਪੁੰਨ ਕਰਮ ਵਧਿਆ, ਪਾਪਨ ਕੇ ਬਹੁ ਪੁੰਜ ਖਪੈਂਗੇ। ਉਹਦੇ ਨਾਲ ਫਿਰ ਜਿੰਨੇ ਪਾਪ ਨੇ, ਪਾਪਨ ਕੇ ਬਹੁ ਪੁੰਜ, ਪੁੰਜ ਦਾ ਅਰਥ ਫਿਰ ਢੇਰ, ਜਿੰਨੇ ਪਾਪਾਂ ਦੇ ਢੇਰ ਇਕੱਠੇ ਕੀਤੇ ਮਾਰੇ ਕਹਿਣ ਲੱਗੇ ਖਪੈਂਗੇ, ਉਹ ਖਪ ਜਾਣਗੇ ਜਦੋਂ ਕਿਸੇ ਦੇ ਪੁੰਨ ਕਰਮ ਵੱਧ ਜਾਂਦੇ। ਸੰਸਾਰ ਇਹਨਾਂ ਗੱਲਾਂ ਨੂੰ ਕਈ ਵਾਰ ਬਾਚਦਾ ਨਹੀਂ। ਗੁਰੂ ਗ੍ਰੰਥ ਸਾਹਿਬ ਨੇ ਬਹੁਤ ਕੁਝ ਕਿਹਾ। ਯਾਦ ਰੱਖੋ ਜਿੰਨੇ ਕਿਸੇ ਦੇ ਚੰਗੇ ਕਰਮ ਵਧੀ ਜਾਣਗੇ, ਉਸ ਬੰਦੇ ਦੇ ਮੰਦ ਕਰਮਾਂ ਦਾ ਨਾਸ਼ ਹੁੰਦਾ ਜਾਂਦਾ। ਉਂਝ ਮਹਾਰਾਜ ਤੋਂ ਪੁੱਛੋ ਪੁੰਨ ਕਰਮ ਕੀ ਨੇ? ਮਹਾਰਾਜ ਨੇ ਦੋ ਖਾਸ ਕਰਕੇ ਕਹੇ। ਇੱਕ ਤੇ ਮਹਾਰਾਜ ਨੇ ਬਾਣੀ ਵਿੱਚ ਕਿਹਾ ਪਰਮੇਸ਼ਵਰ ਦਾ ਨਾਮ ਜਪਣਾ, ਬਾਣੀ ਪੜ੍ਹਨੀ ਹੈ ਬੜਾ ਪੁੰਨ ਕਰਮ ਹੈ। ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ, ਪੜ੍ਹਦੇ ਰਹਿ ਰਹਾ ਸਾਹਿਬ। ਕੱਲ ਮੈਂ ਇਹੋ ਪੁੰਨ, ਮਾਰੇ ਕਹਿੰਦੇ ਕਲਯੁਗ ਦੇ ਇਸ ਭਿਆਨਕ ਸਮੇਂ ਅੰਦਰ ਜਿਹਨੂੰ ਲੋਕਾਂ ਕਲਯੁਗ ਕਿਹਾ, ਪਰ ਕਹਿੰਦੇ ਕਲਯੁਗ ਵਿੱਚ ਕੇਵਲ ਪਾਪ ਹੀ ਨਹੀਂ ਕਮਾਇਆ ਜਾਂਦਾ। ਕਲਯੁਗ ਵਿੱਚ ਮਾਰੇ ਕਹਿਣ ਲੱਗੇ ਪੁੰਨ ਵੀ ਕਮਾਇਆ ਜਾ ਸਕਦਾ। ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ। ਇਹੀ ਕਾਰਨ ਸਿੱਖ ਜੇ ਨਿਤਨੇਮ ਕਰਦਾ, ਬਾਣੀ ਪੜ੍ਹਦਾ। ਕਈ ਵਾਰੀ ਹੁੰਦਾ ਆਪਾਂ ਨਿਤਨੇਮ ਕੀਤਾ, ਚਲੋ ਠੀਕ ਬਾਣੀ ਪੜ੍ਹ ਲਓ, ਹੋਰ ਬਾਣੀ ਦਾ ਪਾਠ ਕਰ ਲਵੇਂ, ਤੂੰ ਪੁੰਨ ਕਰਮ ਕਰ ਲੈ। ਜੇ ਤੂੰ ਜਿੱਥੇ ਨਾਮ ਜਪਿਆ 15-20 ਮਿੰਟ, ਕਈ ਵਾਰੀ ਬੰਦਾ ਸੋਚਦਾ ਵੀ ਸਵੇਰੇ 10 ਮਿੰਟ ਬਹਿ ਗਏ ਠੀਕ ਹੈ, ਪਰ ਤੁਰਦੇ ਫਿਰਦਿਆਂ ਕਾਰ ਵਿਹਾਰ ਕਰਦਿਆਂ ਜਪ ਲੈ, ਪੁੰਨ ਕਰਮ ਹੈ। ਇਹਨੂੰ ਮਹਾਰਾਜ ਨੇ ਕਿਹਾ, ਗੁਰੂ ਗ੍ਰੰਥ ਸਾਹਿਬ ਨੇ ਤੇ ਇੱਥੋਂ ਤੱਕ ਹੈ। ਕਹਿਣ ਲੱਗੇ ਤੇਰਾ ਕਰਮ ਚਾਹੀਦਾ ਰੋਜ਼ਾਨਾ ਦੀ ਜ਼ਿੰਦਗੀ ਵਿੱਚ। ਹਾਥ ਪਾਉ ਕਰ ਕਾਮ ਸਭ ਚੀਤ ਨਰੰਜਨ ਨਾਲ। ਹੱਥਾਂ ਪੈਰਾਂ ਨਾਲ ਆਪਣੀ ਕਿਰਤ ਕਾਰ ਕਰੀ ਚੱਲ, ਤੇ ਚਿੱਤ ਮਹਾਰਾਜ ਕਹਿਣ ਲੱਗੇ ਨਿਰੰਕਾਰ ਦੇ ਚਰਨਾਂ ਵਿੱਚ ਜੋੜ ਕੇ ਰੱਖ। ਇਹਨੂੰ ਮਹਾਰਾਜ ਨੇ ਕਿਹਾ ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ। ਕਲਯੁਗ ਵਿੱਚ ਇੱਕ ਪੁੰਨ ਏ। ਇੱਕ ਮਹਾਰਾਜ ਨੇ ਬਾਣੀ ਵਿੱਚ ਕਿਹਾ, ਉਹ ਆਪਾਂ ਪੜ੍ਹਦੇ ਹਾਂ ਬਾਣੀ ਵਿੱਚੋਂ। ਹਜੂਰ ਨੇ ਕਿਹਾ ਜੇ ਕਿਤੇ ਕੋਈ ਗੁਰੂ ਅੱਗੇ ਸਾਹਮਣੇ ਹੱਥ ਜੋੜ ਕੇ ਨਿਮਰਤਾ ਨਾਲ ਨਮਸਕਾਰ ਕਰਦਾ ਹੈ, ਡੰਡੌਤ ਕਰਨੀ, ਨਮਸਕਾਰ ਕਰਨੀ, ਇਹ ਵੀ ਇੱਕ ਬੜਾ ਵੱਡਾ ਪੁੰਨ ਕਰਮ ਹੈ। ਪੜ੍ਹਦੇ ਬਚਨ ਆਪਾਂ ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ। ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰਲੇ ਮੰਡਲ ਮੰਡਾ ਹੈ। ਕਰ ਸਾਧੂ ਅੰਜਲੀ ਪੁੰਨ ਵੱਡਾ ਹੈ। ਮਹਾਰਾਜ ਨੇ ਕਿਹਾ ਕਰ ਸਾਧੂ ਅੰਜਲੀ ਪੁੰਨ ਵੱਡਾ ਹੈ। ਹੱਥ ਜੋੜ ਕੇ ਗੁਰੂ ਨੂੰ ਨਮਸਕਾਰ ਕਰਨੀ ਨਿਮਰਤਾ ਦੇ ਨਾਲ, ਕਰ ਡੰਡੌਤ ਪੁੰਨ ਵੱਡਾ ਹੈ। ਮਹਾਰਾਜ ਕਹਿਣ ਲੱਗੇ ਗੁਰੂ ਅੱਗੇ ਨਮਸਕਾਰ ਕਰਨੀ, ਇਹ ਵੀ ਪੁੰਨ ਕਰਮ ਹੈ। ਆ ਸਤ ਸੰਗਤ ਵਿੱਚ ਆਪਾਂ ਬੈਠੇ ਆ, ਇਹ ਯਕੀਨ ਜਾਣੋ ਇੱਥੇ ਆ ਕੇ ਗੁਰੂ ਨੂੰ ਨਮਸਕਾਰ ਕੀਤੀ,
ਇੱਥੇ ਬੈਠ ਕੇ ਰੱਬੀ ਵਿਚਾਰ ਕੀਤੀ, ਬਾਣੀ ਸੁਣੀ। ਗੁਰਮੁਖੋ ਮਹਾਰਾਜ ਨੇ ਕਿਹਾ ਇਹ ਬਹੁਤ ਵੱਡਾ ਪੁੰਨ ਕਰਮ ਹੈ। ਪਰ ਅੱਜ ਕਲਗੀਧਰ ਜੀ, ਹੁਣ ਲੋਕ ਕਹਿਣਗੇ ਕਈ ਵਾਰੀ ਪੁੰਨ ਪਾਪ ਕੀ ਨੇ ਜੀ, ਇਹ ਗੱਲਾਂ ਕਹਿਣ ਦੀਆਂ ਨੇ, ਇਸ ਤਰ੍ਹਾਂ ਹੀ ਚੱਲਦਾ ਮਨਮੁਖ ਬੰਦਾ। ਪਰ ਮਹਾਰਾਜ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਨਹੀਂ, ਪਾਪੀ ਪੁੰਨੀ ਆਖਨ ਨਾਹੇ। ਪਾਪ ਪੁੰਨ ਕੇਵਲ ਕਹਿਣ ਮਾਤਰ ਨਹੀਂ, ਕਰ ਕਰ ਕਰਨਾ ਲਿਖ ਲੈ ਜਾਹੂ। ਮਹਾਰਾਜ ਕਹਿਣ ਲੱਗੇ ਜਿਵ ਜਾ ਕਰਮ ਕਰੇਗਾ ਲਿਖਿਆ ਜਾਏਗਾ, ਤੇਰੇ ਨਾਲ ਜਾਏਗਾ। ਕਹਿ ਕੇ ਨਾ ਛੱਡ ਦੀ। ਜਿਵੇਂ ਅੱਜ ਦਾ ਮਨਮੁਖ ਬੰਦਾ ਬਹੁਤ ਵਾਰੀ ਸਿਰ ਫੇਰਦਾ, ਉਹ ਕਹਿੰਦੇ ਇਹ ਪਾਪ ਪੁੰਨ ਜੀ ਕੇਵਲ ਕਹਿਣ ਵਾਲੀਆਂ ਗੱਲਾਂ। ਮਹਾਰਾਜ ਕਹਿੰਦੇ ਨਹੀਂ, ਗੁਰੂ ਨਾਨਕ ਸਾਹਿਬ ਤੇ ਭਰੋਸਾ ਕਰੀਏ। ਮਹਾਰਾਜ ਕਹਿੰਦੇ ਪਾਪੀ ਪੁੰਨੀ ਆਖ ਨਾਹੀ, ਇਹ ਕੇਵਲ ਕਹਿਣ ਮਾਤਰ ਨਹੀਂ, ਕਰ ਕਰ ਕਰਨਾ ਲਿਖ ਲੈ ਜਾਹੂ। ਮਹਾਰਾਜ ਕਹਿਣ ਲੱਗੇ ਜਿਵ ਜਾ ਕਰਮ ਕਰੇਗਾ, ਪਾਪ ਦਾ ਕਰਮ ਕਰੇਗਾ ਜਾਂ ਪੁੰਨ ਦਾ ਕਰਮ ਕਰੇਗਾ, ਲਿਖਿਆ ਜਾਏਗਾ, ਤੇਰੇ ਨਾਲ ਜਾਏਗਾ। ਬਾਣੀ ਵਿੱਚੋਂ ਹੀ ਆਪਾਂ ਬਚਨ ਪੜ੍ਹਦੇ ਹਾਂ। ਰਾਤੀ ਰੁੱਤੀ ਥਿਤੀ ਬਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨਕੇ ਨਾਮ ਅਨੇਕ ਅਨੰਤ। ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਤਿੱਥੈ ਸੋਹਣ ਪੰਚ ਪ੍ਰਵਾਨ, ਨਦਰੀ ਕਰਮ ਪਵੈ ਨਿਸ਼ਾਨ। ਕੱਚ ਪਕਾਈ ਉਥੇ ਪਾਏ। ਹੁਣ ਇਹ ਅਰਥਾਂ ਨੂੰ ਜਪਜੀ ਸਾਹਿਬ ਦੇ ਨੂੰ ਪੜ੍ਹ ਕੇ ਵੇਖ। ਮਹਾਰਾਜ ਨੇ ਕਿਹਾ ਰੱਬ ਨੇ ਰਾਤਾਂ ਦਿੱਤੀਆਂ, ਰੁੱਤਾਂ ਥਿਤ ਵਾਰ, ਤੈਨੂੰ ਪੌਣ ਪਾਣੀ ਅਗਨੀ ਪਾਤਾਲ ਤੱਤ ਦਿੱਤੇ ਤੈਨੂੰ ਰਹਿਣ ਵਾਸਤੇ। ਰਾਤੀ ਰੁੱਤੀ ਥਿਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲ। ਫਿਰ ਮਹਾਰਾਜ ਨੇ ਕਿਹਾ ਧਰਤੀ ਦਿੱਤੀ, ਧਰਤੀ ਐਵੇਂ ਨਹੀਂ ਦਿੱਤੀ। ਮਹਾਰਾਜ ਕਹਿਣ ਲੱਗੇ ਧਰਤੀ ਧਰਮਸ਼ਾਲ ਬਣਾਈ। ਧਰਮਸ਼ਾਲ ਦੇ ਅਰਥ ਕੀ ਨੇ? ਇਹ ਧਰਤੀ ਤੈਨੂੰ ਦਿੱਤੀ ਧਰਮ ਕਮਾਉਣ ਵਾਸਤੇ, ਤੂੰ ਇੱਥੇ ਧਰਮ ਕਮਾਉਣਾ ਸੀ। ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲ। ਫਿਰ ਹਜੂਰ ਨੇ ਕਿਹਾ ਤਿਸ ਵਿੱਚ ਜੀ ਜੁਗਤ ਕੇ ਰੰਗ, ਇੱਥੇ ਤਰ੍ਹਾਂ ਤਰ੍ਹਾਂ ਦੇ ਜੀਵ ਕਈ ਰੰਗਾਂ ਦੇ ਪੈਦਾ ਕਰਤੇ। ਜਿਹੜਾ ਪਿੱਛੇ ਮਹਾਰਾਜ ਨੇ ਕਿਹਾ ਦਾਨਵ ਦੇਵ ਪਨਿੰਦਨ ਸਾਚਰ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨਕੇ ਨਾਮ ਅਨੇਕ ਅਨੰਤ। ਨਾਮ ਵੀ ਵੱਖਰੇ ਨੇ, ਤਿਨਕੇ ਨਾਮ ਅਨੇਕ ਅਨੰਤ। ਪਰ ਹਜੂਰ ਨੇ ਕਿਹਾ ਰੰਗਾਂ ਦੇ ਵੱਖਰੇ ਨੇ, ਗੱਲ ਵੱਖਰੀ, ਨਾਮ ਵੱਖਰੇ, ਪਰ ਹਰ ਜੀਵ ਤੇ ਕਰਮੀ ਕਰਮੀ ਹੋਏ ਵਿਚਾਰ। ਹਰ ਜੀਵ ਦੇ ਕੀਤੇ ਕਰਮਾਂ ਦੀ ਵਿਚਾਰ ਪ੍ਰਮਾਤਮਾ ਨੇ ਕਰਨੀ। ਵੇਖਣਾ ਕਰਮ ਪੁੰਨ ਕਰਮ ਕਰਕੇ ਹੈ ਜਾਂ ਪਾਪ ਕਰਮ ਕਰਕੇ ਹੈ। ਕਰਮੀ ਕਰਮੀ ਹੋਏ ਵਿਚਾਰ। ਸੱਚਾ ਆਪ ਸੱਚਾ ਦਰਬਾਰ, ਉਹ ਆਪ ਸੱਚਾ ਦਰਬਾਰ ਸੱਚਾ। ਤਿੱਥੈ ਸੋਹਣ ਪੰਚ ਪਰਵਾਨ। ਪੰਚ ਪਰਵਾਨ ਦਾ ਅਰਥ ਗੁਰਮੁਖ ਜਨ ਮਾਲਕ ਦੇ ਦਰ ਸ਼ੋਭਾ ਪਾਉਂਦੇ ਨੇ। ਤਿੱਥੈ ਸੋਹਣ ਪੰਚ ਪਰਵਾਨ, ਨਦਰੀ ਕਰਮ ਪਵੈ ਨਿਸ਼ਾਨ। ਜਿਹਦੇ ਤੇ ਪ੍ਰਮਾਤਮਾ ਦੀ ਗੁਰੂ ਦੀ ਨਜ਼ਰ ਹੋ ਗਈ, ਉਹਦੇ ਤੇ ਬਖਸ਼ਿਸ਼ ਦਾ ਨਿਸ਼ਾਨ ਮੱਥੇ ਤੇ ਪੈਂਦਾ। ਬਖਸ਼ਿਸ਼ ਵਰਤਦੀ ਹੈ। ਅੱਗੇ ਇੱਕ ਬਚਨ ਵਰਤਿਆ, ਕਹਿੰਦੇ ਕੱਚ ਪਕਾਈ ਉੱਥੇ ਪਾਏ। ਹੁਣ ਮਹਾਰਾਜ ਨੇ ਇੱਥੇ ਨਹੀਂ ਕਿਹਾ ਕੱਚ ਪਕਾਈ ਉੱਥੇ ਪਾਏ। ਮਹਾਰਾਜ ਕਹਿਣ ਲੱਗੇ ਇੱਥੇ ਚਾਰ ਜਣੇ ਕਹਿ ਵੀ ਦੇਣ ਤੇ ਸੰਸਾਰ ਕਈ ਵੀ ਜਾ ਰਹੇ ਇੱਕ ਦੂਜੇ ਨੂੰ। ਕੋਈ ਕਿਸੇ ਦੀ ਨਿੰਦਿਆ ਕਰੀ ਜਾ ਰਿਹਾ, ਕੋਈ ਉਸਤਤ ਕਰੀ ਜਾ ਰਿਹਾ। ਹਜੂਰ ਨੇ ਕਿਹਾ ਇੱਥੇ ਚਾਰ ਜਣੇ ਰਲ ਕੇ ਕਹਿ ਵੀ ਦੇਣ ਤੂੰ ਬੰਦਾ ਬੜਾ ਚੰਗਾ। ਚਾਰ ਕਹਿੰਦੇ ਬੰਦਾ ਕਿਸੇ ਕੰਮ ਦਾ ਨਹੀਂ ਮਾੜਾ। ਮਹਾਰਾਜ ਕਹਿੰਦੇ ਦੁਨੀਆ ਦੇ ਵੋਟਾਂ ਪਾਉਣ ਦੇ ਨਾਲ ਕਿਤੇ ਚੰਗਾ ਮੰਦਾ ਨਹੀਂ ਮੰਨਣਾ। ਚੰਗਾ ਮੰਦਾ ਤੇ ਹਜੂਰ ਕਹਿਣ ਲੱਗੇ ਕੱਚ ਪਕਾਈ ਉੱਥੇ ਪਾਏ, ਨਾਨਕ ਗਿਆ ਜਾਪੈ ਜਾਏ। ਰੱਬ ਦੇ ਘਰ ਜਾ ਕੇ ਪਤਾ ਲੱਗਣਾ ਵੀ ਤੇਰੇ ਕਰਮ ਪੁੰਨ ਸਨ ਜਾਂ ਪਾਪ, ਤੂੰ ਕੱਚਿਆਂ ਦੀ ਗਿਣਤੀ ਵਿੱਚ ਜਾਂ ਪੱਕਿਆਂ ਦੀ ਗਿਣਤੀ ਵਿੱਚ। ਤੇ ਕੇਵਲ ਧਰਮ ਨਹੀਂ, ਧਰਮ ਤੇ ਬੰਦੇ ਦਾ ਅੰਤਰ ਆਤਮੇ ਦਾ ਹੈ, ਅੰਦਰ ਦਾ ਹੈ। ਹਾਂ ਜੇ ਕੋਈ ਬਾਹਰੀ ਬਾਣਾ ਪਾ ਕੇ ਮਾਲਾ ਪਾ ਲਈ, ਚਲੋ ਜੀ ਉਹ ਧਰਮੀ ਵਾਲਾ ਬਾਣਾ ਪਾ ਲਿਆ, ਚੋਲਾ ਪਾ ਲਿਆ, ਅੰਦਰ ਧਰਮ ਨਹੀਂ ਤੇ ਉਹ ਠੀਕ ਹੈ। ਚਾਰ ਘੜੀਆਂ ਲੋਕਾਂ ਨੂੰ ਭੁਲੇਖਾ ਪਾ ਸਕਦਾ ਕੁਝ ਸਮਾਂ, ਪਰ ਪ੍ਰਮਾਤਮਾ ਤੇ ਗੁਰੂ ਦੇ ਦਰ ਉਹ ਧਰਮੀ ਨਹੀਂ ਬਣ ਸਕਦਾ। ਪਰ ਜੇ ਅੰਦਰ ਧਰਮ ਹੈ ਨਾ, ਅੰਦਰ ਬੰਦਗੀ ਹੈ। ਮਹਾਰਾਜ ਨੇ ਕਿਹਾ ਬੰਦਗੀ ਕਰਨ ਵਾਲਾ ਸੰਤ ਵੀ ਭਲਾ ਹੈ।
ਬੰਦਗੀ ਕਰਨ ਵਾਲਾ ਗੁਰਮੁਖ ਵੀ ਭਲਾ ਹੈ, ਸਾਧ ਵੀ ਭਲਾ ਹੈ, ਗੁਰਸਿੱਖ ਵੀ ਭਲਾ ਹੈ। ਕਿਉਂ ਸ਼ਬਦਾਂ ਵਿੱਚ ਉਲਝਣਾ? ਇਹ ਧਰਮੀਆਂ ਪ੍ਰਤੀ ਸ਼ਬਦ ਵਰਤੇ ਗਏ। ਚਲੋ ਕਿਸੇ ਸੰਤ ਕਹਿ ਦਿੱਤਾ, ਕਿਸੇ ਸਾਧੂ ਕਹਿ ਦਿੱਤਾ, ਕਿਸੇ ਗੁਰਮੁਖ ਕਹਿ ਦਿੱਤਾ, ਗੁਰਸਿੱਖ ਕਹਿ ਦਿੱਤਾ। ਗੁਰੂ ਰਾਮਦਾਸ ਜੀ ਦੀ ਇੱਕ ਪੌੜੀ ਆਉਂਦੀ ਹੈ, ਹੁਣ ਪੜ੍ਹ ਲਓ ਆਪੇ। ਮਹਾਰਾਜ ਨੇ ਕਿਹਾ ਧੰਨ ਧੰਨ ਭਾਗ ਤਿਨ ਸੰਤ ਜਨਾ ਜੋ ਹਰ ਨਾਮਾ ਹਰ ਮੁਖ ਕਹਤੇ। ਉਹ ਸੰਤ ਧੰਨ ਨੇ ਜਿਹੜਾ ਹਰੀ ਦਾ ਨਾਮ ਆਪਣੇ ਮੁਖ ਤੋਂ ਕਹਿੰਦਾ ਹੈ। ਧੰਨ ਧੰਨ ਭਾਗ ਤਿਨ ਸੰਤ ਜਨਾ ਜੋ ਧੰਨ ਧੰਨ ਭਾਗ ਤਿਨ ਭਗਤ ਜਨਾ ਜੋ ਹਰ ਨਾਮਾ ਹਰ ਮੁਖ ਕਹਤੇ ਆ। ਧੰਨ ਧੰਨ ਭਾਗ ਤਿਨ ਸੰਤ ਜਨਾ ਜੋ ਹਰ ਜਸ ਸ਼ਰਵਨੀ ਸੁਣਤੇ ਆ। ਉਹ ਭਗਤ ਵੀ ਧੰਨ ਨੇ ਜਿਹੜਾ ਮੁਖ ਤੋਂ ਨਾਮ ਕਹਿੰਦਾ, ਉਹ ਸੰਤ ਵੀ ਧੰਨ ਨੇ ਜਿਹੜਾ ਕੰਨਾਂ ਨਾਲ ਪਰਮੇਸ਼ਵਰ ਦੇ ਨਾਮ ਨੂੰ ਸੁਣਦਾ। ਅੱਗੇ ਕਿਆ ਧੰਨ ਧੰਨ ਭਾਗ ਤਿੰਨਾ ਸਾਧ ਜਨਾ ਹਰ ਕੀਰਤਨ ਗਾਏ ਗੁਣੀ ਜਨ ਬੰਤਿਆ। ਸਾਧੂ ਵੀ ਧੰਨ ਨੇ, ਰੱਬੀ ਸਿਫਤ ਕਰਦਾ ਹੈ, ਉਹਦੇ ਕੋਲ ਚੰਗੇ ਗੁਣਾਂ ਦਾ ਖਜ਼ਾਨਾ ਹੈ। ਧੰਨ ਧੰਨ ਭਾਗ ਤਿੰਨਾ ਗੁਰਮੁਖਾਂ ਗੁਰਸਿੱਖ ਲੈ ਮਨ ਜਿਨਤਿਆਂ। ਉਹ ਗੁਰਮੁਖ ਵੀ ਧੰਨ ਨੇ, ਗੁਰਸਿੱਖਾਂ ਕੋਲ ਬਹਿੰਦਾ, ਚੰਗੇ ਗੁਣ ਇਕੱਠੇ ਕਰਦਾ। ਅਖੀਰ ਤੇ ਕਿਹਾ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ। ਗੁਰਸਿੱਖ ਦਾ ਵੀ ਬੜਾ ਵੱਡਾ ਭਾਗ ਹੈ ਜੋ ਗੁਰਚਰਨੀ ਸਿੱਖ ਪੜ੍ਹਦੇ, ਜਿਹੜਾ ਸੰਗਤ ਵਿੱਚ ਬਹਿ ਕੇ ਗੁਰੂ ਦੀ ਮੱਤ ਲੈਂਦੇ, ਉਹ ਗੁਰਸਿੱਖ ਵੀ ਧੰਨ। ਹੁਣ ਮਹਾਰਾਜ ਨੇ ਤੇ ਨਹੀਂ ਕਿਹਾ ਇੱਥੇ ਧਰਮੀ ਨੇ ਭਾਵੇਂ ਯਕੀਨ ਜਾਣੋ ਜਿਹਦੇ ਅੰਦਰ ਧਰਮ ਆ ਗਿਆ ਉਹਨੂੰ ਓਏ ਕਹਿ ਕੇ ਬੁਲਾ ਲਓ, ਉਹਨੂੰ ਸਾਧੂ ਕਹਿ ਕੇ ਬੁਲਾ ਲਓ, ਉਹਨੂੰ ਭੈੜਾ ਸ਼ਬਦ ਕਹਿ ਕੇ ਬੁਲਾ ਲਓ, ਸੰਤ ਕਹਿ ਲਓ, ਗੁਰਮੁਖ ਕਹਿ ਲਓ, ਸਾਧੂ ਕਹਿ ਲਓ, ਗੁਰਸਿੱਖ ਕਹਿ ਲਓ, ਓਏ ਸ਼ਬਦ ਵਰਤ ਲਓ, ਉਹਨੂੰ ਕੋਈ ਫਰਕ ਨਹੀਂ ਪੈਂਦਾ। ਇਹ ਕਈ ਵਾਰੀ ਅਸੀਂ ਐਵੇਂ ਉਲਝਨੇ ਆ। ਗੁਰੂ ਇੱਥੇ ਕਲਗੀਧਰ ਮਹਾਰਾਜ ਨੇ ਕਿਹਾ ਸਾਧ ਸਮੂਹ ਪ੍ਰਸੰਨ ਫਿਰੈ ਜਗ ਛਤਰ ਸਬੈ ਅਵਲੋਕ ਚ ਪੈਂਗੇ। ਕਹਿ ਲੱਗੇ ਰੱਬ ਦੀ ਇਬਾਦਤ ਕਰਨ ਵਾਲਾ, ਰੱਬ ਦੀ ਭਗਤੀ ਕਰਨ ਵਾਲਾ ਸਾਧੂ ਪੁਰਸ਼ ਉਹ ਹਰ ਵੇਲੇ ਪ੍ਰਸੰਨ ਹੈ, ਖੁਸ਼ ਹੈ, ਜਿਹਨੂੰ ਮਹਾਰਾਜ ਨੇ ਕਿਹਾ ਨਾਨਕ ਭਗਤਾਂ ਸਦਾ ਵਿਗਾਸ। ਰੱਬ ਦੇ ਭਗਤ ਅੰਦਰ ਖੇੜਾ ਹੈ, ਪ੍ਰਸੰਨਤਾ ਹੈ। ਸੁਣਿਐ ਦੁਖ ਪਾਪ ਕਾ ਨਾਸ। ਉਹ ਪਰਮੇਸ਼ਵਰ ਦੇ ਨਾਮ ਨੂੰ ਸੁਣਦਾ, ਉਹਦੇ ਅੰਦਰ ਦੁੱਖ ਤੇ ਪਾਪ ਦਾ ਨਾਮ ਖੰਡਨ ਨਾਸ਼ ਕਰ ਦਿੰਦਾ। ਨਾਮ ਹੈ ਜਿਹੜਾ ਦੁੱਖ ਤੇ ਪਾਪ ਨੂੰ ਨਾਸ਼ ਕਰ ਦਿੰਦਾ। ਇੱਥੇ ਕਲਗੀਧਰ ਜੀ ਨੇ ਕਿਹਾ ਰੱਬ ਦਾ ਪਿਆਰਾ ਖੁਸ਼ ਹੈ, ਪਰ ਰੱਬ ਦੇ ਭਗਤ ਦੀ, ਗੁਰਮੁਖ ਦੀ, ਸਾਧੂ ਦੀ, ਗੁਰਸਿੱਖ ਦੀ ਨਿੰਦਿਆ ਕਰਨ ਵਾਲਾ ਮਹਾਰਾਜ ਕਹਿਣ ਲੱਗੇ ਕਲਪੀ ਜਾ ਰਿਹਾ। ਇਹਨੂੰ ਫਿਰ ਇੱਕ ਵਾਰ ਇਹਦੇ ਅਰਥਾਂ ਨੂੰ ਵੱਖਰੀ ਸੁਣ ਲਓ। ਪਰਮਤਾ ਵਿੱਚ ਕਿਹਾ ਦਾਨਵ। ਮੈਂ ਫਿਰ ਬੇਨਤੀ ਕਰਾਂ, ਇਹਦਾ ਮਕਸਦ ਬਾਰ-ਬਾਰ ਅਰਥਾਂ ਨੂੰ ਦੁਹਰਾਉਣਾ, ਇਹਦਾ ਕਾਰਨ ਹੈ ਇਹਨੂੰ ਸਿੱਖ ਰੋਜ਼ਾਨਾ ਪੜ੍ਹਦਾ, ਜਿਹੜਾ ਨਿਤਨੇਮ ਕਰਦਾ, ਉਹਦੇ ਹਿਰਦੇ ਵਿੱਚ ਇਸ ਪਾਵਨ ਬਾਣੀ ਦੇ ਸ਼ਬਦ ਦੇ ਆਖਰੀ ਅਰਥ ਭਾਵ ਅਰਥ ਉਹਦੇ ਹਿਰਦੇ ਵਿੱਚ ਵਸ ਜਾਣ। ਕਿ ਜਿਨ੍ਹਾਂ ਬਚਨਾਂ ਨੂੰ ਅਸੀਂ ਨਿਤ ਪੜ੍ਹਦੇ ਆ, ਘੱਟੋ ਘੱਟ ਬਾਣੀ ਕਹਿੰਦੀ ਕੀ। ਮੈਂ ਇੱਕ ਦਿਨ ਕਿਹਾ ਸੀ ਚਾਹੀਦਾ ਹੈ ਹਰ ਥਾਵਾਂ ਤੇ ਜਿੰਨੇ ਧਾਰਮਿਕ ਥਾਵਾਂ ਤੇ ਗੁਰਦੁਆਰਿਆਂ ਅੰਦਰ ਕਥਾ ਹੁੰਦੀ ਹੈ, ਹਰ 6 ਮਹੀਨਿਆਂ ਬਾਅਦ ਨਾ ਨਿਤਨੇਮ ਦੀ ਜਿਹੜੀ 7 ਬਾਣੀ ਹੈ ਉਹਨਾਂ ਦੇ ਸੰਖੇਪ ਜੇ ਆਖਰੀ ਅਰਥ, ਚਲੋ ਸਾਖੀ ਨਾ ਲਓ ਜਾਂ ਆਪਾਂ ਉਹਦੇ ਵਿੱਚ ਵਿਸਤਾਰ ਨਾ ਕਰੋ ਬਾਲਾ, ਕੇਵਲ ਆਖਰੀ ਅਰਥ ਉਹਦੇ ਹੋ ਜਾਣ ਤੇ ਨਿਤਨੇਮ ਕਰਨ ਵਾਲੀ ਸੰਗਤ ਸੁਣ ਲਵੇ, ਫਿਰ ਨਿਤਨੇਮ ਕਰਨ ਦਾ ਰਸ ਵੱਖਰਾ ਹੈ ਜਿਹੜੇ ਕਰਦੇ ਨੇ। ਮੈਂ ਬੇਨਤੀ ਕਹਿਣ ਲੱਗਿਆ, ਮਹਾਰਾਜ ਨੇ ਕਿਹਾ ਦਾਨਵ ਦੇਵ ਫਨਿੰਦ ਨਿਸਾਚਰ ਪੂਤ ਭਵਿਖ ਭਵਾਨ ਜਪੈਂਗੇ। ਦਾਨਵ ਦੈਂਤ, ਦਾਨਵ ਦਾ ਅਰਥ ਦੈਂਤ, ਦੇਵ ਦੇਵਤਾ ਲੋਕ, ਫਨਿੰਦ ਸ਼ੇਸ਼ਨਾਗ, ਨਿਸਾਚਰ ਰਾਤ ਨੂੰ ਤੁਰਨ ਵਾਲੇ ਜੀਵ ਬਦਰੂਹਾਂ, ਭੂਤ ਭਵਿਖ ਭਵਾਨ ਜਪੈਂਗੇ। ਪਹਿਲਾਂ ਵੀ ਹੋਏ, ਹੁਣ ਵੀ ਨੇ, ਆਉਣ ਵਾਲੇ ਸਮੇਂ ਵਿੱਚ ਵੀ ਹੋਣਗੇ। ਪਰ ਅੱਗੇ ਕਿਹਾ ਜੀਵ ਜਿਤੇ ਜਲ ਮੈਂ ਥਲ ਮੈਂ। ਜਿੰਨੇ ਵੀ ਜੀਵ ਨੇ, ਭਾਵੇਂ ਦੈਂਤ ਨੇ, ਦੇਵ ਨੇ, ਸੱਪ ਆਦਿਕ ਨੇ, ਰਾਤ ਨੂੰ ਜੀਵ ਤੁਰਨ ਫਿਰਨ ਵਾਲੇ, ਜੋ ਵੀ ਜਿੰਨੇ ਜੀਵ ਨੇ, ਕਲਗੀਧਰ ਜੀ ਕਹਿੰਦੇ ਜੀਵ ਜਿਤੇ, ਜਿੰਨੇ ਵੀ ਜੀਵ ਨੇ, ਜਲ ਮੈਂ ਥਲ ਮੈਂ, ਭਾਵੇਂ ਉਹ ਪਾਣੀ ਵਿੱਚ ਨੇ, ਭਾਵੇਂ ਧਰਤੀ ਤੇ ਨੇ,
पल ही पल में सब थापत पैंगे। परमात्मा ने उन्होंने थापन लग्या, बनाउण लग्या, एक पल लाया, बहुत थोड़ा समा लाया, जीवां दी उत्पत्ति कर कैसी खेड बनाई। मैं आप जी नूं अर्ज कीता कोई बाहरों मटीरियल नहीं, मैनूं खिमा करियो, माता दे उदर विच जीव दी बनतर बन गई, भावें पशु दा मनुख दा बच्चा, पर किते रब ने, बंदा सोचदा नहीं, रब ने अख कित्थों लै आंदी, जुबान कित्थों लै आंदी, कन कित्थों लै आंदी, हाथ पैर सिर, ये बुद्ध चेता किन्ना कुछ रब ने पैदा कीता। देखो माता दे उदर विच बनतर बनाई रब ने, बाहरों ये नहीं भी बाहरों अख लैके माता दे उदर विच टिका दी, बाहरों नासका लई, सारी किरपा उस मालक ने कीती। कहन लगे वो परमात्मा है, वो इन्ना बेअंत है, एक पल लाउंदा है, बख्शिश कर दे। एक ते दृश्य ने जीव जिहड़े आपां देख रहे हैं, पशु पंछी मनुख आदि, पर हजूर कहन लगे आ दृश्य जिहड़े तू कदे देखे भी नहीं, परमात्मा उन्हां नूं भी बनाउंदा है, एक खिन लाउंदा, पल ही पल में सब थापत पैंगे। अगे क्या पुन प्रतापन बाढ़ जैत धुन, पुन्ना दा प्रताप जिन्ना वधेगा, जिन्ने तू पुन कर्म करेंगा, चंगे कर्म करेंगा, पापन के बहु पुंज खपेंगे, उन्हें पाप तेरे सड़ते जान। इत्थे मैं एक बेनती कह दियां, कई बार सुन विच आउंदा है जी मैं चंगे कर्म बड़े कीते पर फिर भी मेरा ये नुकसान, मेरे ते दुख आ गया। गुरमुखो, गुरु ग्रंथ साहिब ने क्या सानू ये नहीं पता सी पिछले जन्मां दे पिछले समय विच की कुछ कीता। तू घबरा ना, पुन कर्म करी जा, ये नहीं भी तू किनारा कर जाए भी दुख आया जी नहीं मैं छड़ दिते। मैनू याद एक गल चेता आ गई, शुकरात दा आप जी जीवन पढ़ो, बड़ा सियाणा बंदा सी, धर्मी सी, पर उहदे घर वाली कहंदे बहुत खतरनाक सी, बड़े भैड़े सुभाਅ दी सी। शुकरात इन्ना सियाणा, जदों शुकरात कोल कोई उहदे सियाणे पुरुषां उहदे कोल आउणा, कोई धर्म दी विचार करन वास्ते, उहदे घर वाली ने कोई आया गया ना वेखना, उहदे सामने आए हुए उहदे सज्जन मित्रां दे सामने खलो के ही शुकरात नूं बहुत भैड़े शब्द कहने। ते किसे शुकरात नूं कहा भी शुकरात तू इन्ना सियाणा बंदा, तेनू इन्नी रब ने धर्म कर्म की सुरत दी, पर तेरे घर वाली तेरे ए की भाना वरते, ए कोल कोई सियाणप नहीं, इन्नी भैड़ी मत, ना अगा वेखे ना पिछा, इन्हें जदों किते तुर पैने सारिਆਂ ਦੇ सामने तेरी अपशब्द बोलने। शुकरात ने कहना ये रब ने मैनू पैमाना दिता है, पैमाना। मैं रात नूं सौण वेले जिन्ने ये शब्द ने सवेर तो लैके शाम तक कहंदी मैं सोचदा पैमाना एक अपने हिरदे विच बाचदा। अज ये कई शब्दां नूं तू अपने हिरदे ते नहीं लाया, तेनू ये कई शब्दां ने दुख ते नहीं दिता। जे ये कई शब्द तेनू चुभदे ने ते समझ ले तू धर्म तो पिछे हट गया। ਇਹਦਾ मतलब तेरे अंदर ही ईर्खा जन्म ले रही है। उन्हें कहा ये रब ने मैनू एक पैमाना दिता है, ਇਹਦੀਆਂ ਗੱਲਾਂ ਭੈੜੀਆਂ करके मैं अपने आप ਨੂੰ ਘੜਦਾ ਜਾਣਾ, ਸਹਿਣ वाली बिरती पैदा करी जाना। ਤੇ चलो जी ਕਹਿੰਦੇ भी एक दिन ਉਹਦੇ ਕੋਲ ਕੋਈ ਸਿਆਣੇ ਪੁਰਸ਼ ਆਏ ਸਨ, ਸੱਜਣ ਮਿੱਤਰ ਧਰਮ ਕਰਮ ਦੀ ਗੱਲ ਕਰਨ, ਭਾਂਡੇ ਧੋਂਦੀ ਪਈ ਸੀ ਘਰ ਵਾਲੀ। ਉਹਨੇ ਇੱਕ ਦੋ ਗੱਲ ਕੀ, शुकरात ध्यान ना दिता ते उन्हें मैला पानी भांडियां वाला सुहा वाला पानी चुक के शुकरात दे सिर विच पा दिता। आए हुए लोगों के सामने लोग सोचा भी अज ते शुकरात बोलेगा। कह लगे उस दिन शुकरात ने पूछया हुण, कह लगे शुकरात ने अगों कहा ओ दुनिया दे लोगों, लोग कहंदे ने जिहड़े गजदे ने वरदे नहीं, इत्थे गजदे भी नहीं, इत्थे वरदे भी नहीं। मेरे घर वाली केवल गजदी नहीं वरदी भी है। गल टाल गया बंदा। मेरे कहण तो भावे है महाराज ने क्या पुन प्रतापन बाढ़ जैत तुन पापन के बहु पुंज खपेंगे। पुन जिन्ने बदनगे पाप उन्ने खपणगे, पाप जिन्ने बदनगे पुन उन्ने खपणगे, बराबर चलदी गल। हजूर ने क्या कहन मात्र नहीं, अखीर ते क्या साध समूह प्रसन्न फिरै जग छतर सबे अब लोक चुपेंगे। हजूर कहन लगे जिन्ने साधु पुरुष ने, बंदगी करने वाले धर्मी लोग ने,
ਉਹ ਰੱਬ ਦੀ ਕਿਰਪਾ ਨਾਲ ਬੰਦਗੀ ਕਰਕੇ ਖੁਸ਼ ਨੇ, ਪ੍ਰਸੰਨ ਨੇ। ਪਰ ਜਿਹੜਾ ਸ਼ਤਰੂ ਹੈ, ਨਿੰਦਕ, ਉਹਦਾ ਕੰਮ ਇਹ ਦਿਨ ਰਾਤ ਨਿੰਦਿਆ ਕਰਕੇ ਖਪੀ ਜਾ ਰਿਹਾ। ਸਾਹਿਬ ਨੇ ਅੱਜ ਗੁਰੂ ਕਲਗੀਧਰ ਜੀ ਨੇ ਇੱਥੋਂ ਤੱਕ ਕੇ ਬਚਨ ਵਰਤੇ। ਕੱਲ ਨੂੰ ਇਸੇ ਸ਼ਬਦ ਨੂੰ ਆਪਾਂ ਗਾਂ ਜੋੜ ਕੇ ਮਾਨਵ ਇੰਦਰ ਗਜਿੰਦਰ ਨਿਰਾਤਪ ਜੌਨ ਤਰਲੋਕ ਕੋ ਰਾਜ ਕਰਾਂਗੇ। 3 ਸਵਈਏ ਰਹਿ ਗਏ, ਉਹ ਆਪਾਂ ਲੜੀਵਾਰ ਬਾਚਾਂਗੇ। ਸਤਿਗੁਰੂ ਰਹਿਮਤ ਕਰੇ। ਅਸੀਂ ਅਰਦਾਸ ਕਰੀਏ ਮਹਾਰਾਜ ਕੇ ਸਤਿਗੁਰੂ ਅਸੀਂ ਵੀ ਪੁੰਨ ਕਰਮ ਕਰ ਸਕੀਏ, ਧਰਮ ਨੂੰ ਕਮਾ ਸਕੀਏ। ਭੁੱਲ ਚੁੱਕ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।